ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੱਸਦੇ ਖੇਡਦੇ ਤੰਦਰੁਸਤ ਹੋਵੋਗੇ। ਅੱਜ ਅਸੀਂ ਆਪਣੀ ਵਿਆਕਰਨ ਨੂੰ ਪੜ੍ਹਨਾ ਕੰਟੀਨਿਊ ਕਰਾਂਗੇ। ਅਸੀਂ ਆਨਲਾਈਨ ਲਰਨਿੰਗ ਦੇ ਦੌਰਾਨ ਪੰਜਾਬੀ ਗ੍ਰਾਮਰ ਬਾਰੇ ਪੜ੍ਹਨਾ ਸ਼ੁਰੂ ਕੀਤਾ, ਜਿਸ ਵਿੱਚ ਅਸੀਂ ਭਾਸ਼ਾ ਜਾਂ ਬੋਲੀ ਕਿਸ ਨੂੰ ਕਹਿੰਦੇ ਹਨ ਇਸ ਬਾਰੇ ਪੜ੍ਹਿਆ। ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ, ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ। ਫਿਰ ਅਸੀਂ ਵਿਆਕਰਨ ਦੇ 4 ਭਾਗਾਂ ਬਾਰੇ ਪੜ੍ਹਿਆ, ਜਿਸ ਵਿੱਚ ਅਸੀਂ ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ਼ਬਦ ਬੋਧ ਦੇ ਵਿੱਚ ਅਸੀਂ ਸ਼ਬਦ ਭੇਦ ਬਾਰੇ ਪੜ੍ਹਿਆ ਤੇ ਸ਼ਬਦ ਭੇਦ ਦੇ ਵਿੱਚ ਅਸੀਂ ਸਾਰਥਕ ਤੇ ਨਿਰਾਰਥਕ ਸ਼ਬਦਾਂ ਬਾਰੇ ਜਾਣਿਆ। ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਵਿੱਚ ਅਸੀਂ ਸਾਰਥਕ ਸ਼ਬਦਾਂ ਦੀਆਂ 8 ਕਿਸਮਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਜਿਨ੍ਹਾਂ ਦੇ ਵਿੱਚ ਅਸੀਂ ਨਾਮ ਤੇ ਨਾਮ ਦੀਆਂ 5 ਕਿਸਮਾਂ ਦੇ ਬਾਰੇ ਪੜ੍ਹਿਆ। ਫਿਰ ਪੜ੍ਹਨਾਂਵ ਕੀ ਹੁੰਦੇ ਹਨ ਤੇ ਪੜ੍ਹਨਾਂਵ ਦੀਆਂ 6 ਕਿਸਮਾਂ ਦੇ ਬਾਰੇ ਪੜ੍ਹਿਆ। ਸੋ ਅੱਜ ਦੇ ਪਾਠ ਵਿੱਚ ਅਸੀਂ ਸਾਰਥਕ ਸ਼ਬਦਾਂ ਦੀਆਂ 8 ਕਿਸਮਾਂ ਨੂੰ ਜਿਹੜਾ ਅੱਗੇ ਕੰਟੀਨਿਊ ਕਰਦੇ ਹੋਏ ਪੜ੍ਹਦੇ ਹੋਏ ਕਿਰਿਆ ਅਤੇ ਵਿਸ਼ੇਸ਼ਣ ਬਾਰੇ ਗੱਲ ਕਰਾਂਗੇ। ਸੋ ਤੀਜਾ ਭਾਗ ਕਿਰਿਆ ਤੇ ਚੌਥਾ ਪਾਠ ਵਿਸ਼ੇਸ਼ਣ। ਪਹਿਲੋਂ ਅਸੀਂ ਕਿਰਿਆ ਬਾਰੇ ਗੱਲ ਕਰਦੇ ਹਾਂ ਕਿ ਕਿਰਿਆ ਕੀ ਹੁੰਦੀ ਹੈ ਤੇ ਇਸ ਦੇ ਅੱਗੋਂ ਕਿੰਨੇ ਭਾਗ ਹੁੰਦੇ ਹਨ। ਸੋ ਕਿਰਿਆ ਕੀ ਹੈ? ਕਿਰਿਆ, ਜਿਹਨੂੰ ਤੁਸੀਂ ਪੰਜਾਬੀ ਇੰਗਲਿਸ਼ ਦੇ ਵਿੱਚ ਵਰਬ ਵੀ ਕਹਿ ਦਿੰਦੇ ਆ। ਸੋ ਕਿਰਿਆ ਵਾਕ ਵਿੱਚ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਜਾਂ ਉਸਦੇ ਵਾਪਰਨ ਬਾਰੇ ਕਾਲ ਸਹਿਤ ਪਤਾ ਲੱਗੇ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ। ਬਿਨਾਂ ਕਿਰਿਆ ਦੇ ਕਿਸੇ ਵੀ ਤਰ੍ਹਾਂ ਦੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕੰਮ ਨੂੰ ਕਰਨ ਵਾਲਾ ਕਰਤਾ ਅਖਵਾਉਂਦਾ ਹੈ ਅਤੇ ਕਿਰਿਆ ਆਮ ਤੌਰ ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ। ਸੋ ਇੱਕ ਵਾਰੀ ਆਪਾਂ ਫਿਰ ਇਹਨੂੰ ਸਮਝੀਏ। ਵਾਕ ਵਿੱਚ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਬਾਰੇ ਕਾਲ ਸਹਿਤ ਪਤਾ ਲੱਗੇ। ਕਾਲ ਦਾ ਮਤਲਬ ਸਮਾਂ ਜਾਂ ਟਾਈਮ। ਸੋ ਵਾਕ ਵਿੱਚ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਜਾਂ ਉਸਦੇ ਵਾਪਰਨ ਬਾਰੇ ਪਤਾ ਲੱਗੇ। ਸੋ ਜਿਹੜਾ ਸ਼ਬਦ ਸਾਨੂੰ ਉਸ ਕੰਮ ਦੇ, ਕੋਈ ਵੀ ਕੰਮ ਹੋ ਰਿਹਾ, ਜਿਹੜਾ ਸ਼ਬਦ ਸਾਨੂੰ ਉਸ ਕੰਮ ਦੇ ਹੋਣ ਬਾਰੇ ਜਾਣਕਾਰੀ ਦਿੰਦਾ ਆ, ਉਸ ਨੂੰ ਅਸੀਂ ਕਿਰਿਆ ਕਹਿੰਦੇ ਹਾਂ। ਸੋ ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ। ਕਿਰਿਆ ਤੋਂ, ਵਰਬ ਤੋਂ ਬਿਨਾਂ ਕੋਈ ਵੀ ਸੈਂਟੈਂਸ ਪੋਸੀਬਲ ਨਹੀਂ ਆ। ਸੋ ਕਿਰਿਆ ਤੋਂ ਬਿਨਾਂ ਵਾਕ ਦੀ ਕਲਪਨਾ ਕਰਨੀ ਨਾਮੁਮਕਿਨ ਆ। ਸੋ ਕਲਪਨਾ ਮਤਲਬ ਇਮੈਜਿਨ ਕਰਨਾ। ਅਸੀਂ ਵਰਬ ਤੋਂ ਬਿਨਾਂ ਕੋਈ ਸੈਂਟੈਂਸ ਬਣਾਉਣ ਨੂੰ ਇਮੈਜਿਨ ਨਹੀਂ ਕਰ ਸਕਦੇ। ਕੰਮ ਨੂੰ ਕਰਨ ਵਾਲਾ ਕਰਤਾ ਅਖਵਾਉਂਦਾ ਹੈ। ਜਿਹੜਾ ਬੰਦਾ ਕੰਮ ਕਰ ਰਿਹਾ ਉਹ ਕਰਤਾ ਹੁੰਦਾ ਆ ਅਤੇ ਕਿਰਿਆ ਆਮ ਤੌਰ ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ। ਪਰ ਜਦੋਂ ਅਸੀਂ ਬੋਲਚਾਲ ਦੀ ਭਾਸ਼ਾ ਵਿੱਚ ਕਿਰਿਆ ਦੇਖਦੇ ਹਾਂ ਤਾਂ ਉਹ ਵਾਕ ਦੇ ਵਿੱਚ ਕਿਸੇ ਵੀ ਸਥਾਨ ਤੇ ਆ ਸਕਦੀ ਹੈ। ਜਿੱਦਾਂ ਖਾਂਦਾ ਸੀ, ਜਾਂਦਾ ਹੈ, ਪੜ੍ਹਦਾ ਹੈ ਆਦਿ ਜਿਹੜੀਆਂ ਆ ਉਹ ਕਿਰਿਆ ਦੀਆਂ ਪਰਿਭਾਸ਼ਾ ਐਗਜ਼ਾਮਪਲਸ ਦਿੱਤੀਆਂ ਗਈਆਂ ਆ। ਤੁਹਾਨੂੰ ਥੋੜਾ ਜਿਹਾ ਮੈਂ ਬਰੀਫਲੀ ਸਮਝਾ ਦਿੰਦੀ ਹਾਂ। ਸੋ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਰਾਮ ਰੋਟੀ ਖਾਂਦਾ ਹੈ। ਰਾਮ ਰੋਟੀ ਖਾਂਦਾ ਹੈ। ਸੋ ਕੌਣ ਰੋਟੀ ਖਾਂਦਾ ਹੈ? ਪਹਿਲਾਂ ਤਾਂ ਕੌਣ ਰੋਟੀ ਖਾ ਰਿਹਾ ਆ? ਰਾਮ। ਰਾਮ ਕੀ ਹੋਇਆ? ਕਰਤਾ। ਸੋ ਜਿਹੜਾ ਬੰਦਾ ਕੰਮ ਕਰ ਰਿਹਾ ਆ ਉਸਨੂੰ ਅਸੀਂ ਕਰਤਾ ਕਹਿੰਦੇ ਆ। ਸੋ ਉਸ ਤੋਂ ਬਾਅਦ ਕਰਤਾ ਕੀ ਕਰ ਰਿਹਾ ਹੈ? ਕਰਤਾ ਰੋਟੀ ਖਾ ਰਿਹਾ ਹੈ। ਰਾਮ ਰੋਟੀ ਖਾ ਰਿਹਾ ਹੈ। ਸੋ ਰੋਟੀ ਜਿਹੜਾ ਆ ਉਹ ਕਰਮ ਆ ਤੇ ਖਾ ਰਿਹਾ ਹੈ ਜਾਂ ਖਾਂਦਾ ਹੈ ਉਹ ਕਿਰਿਆ ਹੈ। ਸੋ ਵਾਕ ਦੇ ਵਿੱਚ 3 ਚੀਜ਼ਾਂ ਹੋ ਗਈਆਂ, ਇੱਕ ਤਾਂ ਕਰਤਾ, ਕਰਮ ਤੇ ਕਿਰਿਆ। ਸੋ ਵਾਕ ਦੇ ਵਿੱਚ ਰਾਮ ਰੋਟੀ ਖਾਂਦਾ ਹੈ। ਰਾਮ ਜੋ ਕਿ ਬੰਦਾ ਕੰਮ ਕਰ ਰਿਹਾ ਹੈ ਉਹ ਕਰਤਾ ਹੈ, ਉਹ ਕਰਤਾ ਹੁੰਦਾ ਆ। ਰੋਟੀ, ਰਾਮ ਕੀ ਖਾ ਰਿਹਾ ਹੈ? ਰੋਟੀ ਖਾ ਰਿਹਾ ਹੈ। ਸੋ ਉਹ ਕਰਮ ਹੋ ਗਿਆ। ਖਾ ਰਿਹਾ ਹੈ ਜਾਂ ਖਾਂਦਾ ਹੈ, ਜਿਹੜਾ ਖਾਂਦਾ ਹੈ ਸ਼ਬਦ ਉਸਨੇ ਸਾਨੂੰ ਦੱਸਿਆ ਕਿ ਰਾਮ ਕੀ ਕਰ ਰਿਹਾ ਹੈ। ਸੋ ਖਾਂਦਾ ਸ਼ਬਦ ਜਿਹੜਾ ਆ ਉਹ ਕਿਰਿਆ ਹੈ। ਕਿਰਿਆ ਦੀਆਂ ਅੱਗੋਂ 2 ਕਿਸਮਾਂ ਹੁੰਦੀਆਂ ਹਨ। ਕਿਰਿਆ 2 ਪ੍ਰਕਾਰ ਦੀ ਹੁੰਦੀ ਹੈ, ਏਦਾਂ ਵੀ ਕਹਿ ਸਕਦੇ ਤੁਸੀਂ, ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਆਕਰਮਕ ਕਿਰਿਆ, ਆਕਰਮਕ ਤੋਂ ਭਾਵ ਕਰਮ ਰਹਿਤ। ਆਕਰਮਕ ਤੋਂ ਭਾਵ ਕਰਮ ਰਹਿਤ ਮਤਲਬ ਜਿਹੜਾ ਕਰਮ ਤੋਂ ਬਿਨਾਂ ਹੋਵੇ, ਕਰਮ ਤੋਂ ਬਿਨਾਂ ਕਿਰਿਆ। ਸੋ ਜਿਸ ਵਾਕ ਵਿੱਚ ਕਰਤਾ ਦੇ ਨਾਲ ਕਰਮ ਨਾ ਹੋਵੇ,
ਜਿਸ ਵਾਕ ਵਿੱਚ, ਜਿਸ ਸੈਂਟੈਂਸ ਦੇ ਵਿੱਚ ਕਰਤਾ ਦੇ ਨਾਲ ਕਰਮ ਨਾ ਹੋਵੇ। ਜਿੱਦਾਂ ਮੈਂ ਕਿਹਾ ਸੀ ਕਿ ਰਾਮ ਰੋਟੀ ਖਾ ਰਿਹਾ ਹੈ ਜਾਂ ਰਾਮ ਰੋਟੀ ਖਾਂਦਾ ਹੈ। ਰਾਮ ਰੋਟੀ ਖਾਂਦਾ ਹੈ ਦੇ ਵਿੱਚ ਰਾਮ ਜੋ ਸੀ ਉਹ ਕਰਤਾ ਸੀ, ਰੋਟੀ ਕਰਮ ਸੀ ਤੇ ਖਾਂਦਾ ਕਿਰਿਆ ਹੈ। ਸੋ ਜੇ ਉਸ ਸ਼ਬਦ ਦੇ ਵਿੱਚ ਰਾਮ ਖਾਂਦਾ ਹੈ, ਕੱਲਾ ਸ਼ਬਦ ਵਾਕ ਹੁੰਦਾ, ਸੌਰੀ ਕੱਲਾ ਵਾਕ ਹੁੰਦਾ ਕਿ ਰਾਮ ਖਾਂਦਾ ਹੈ, ਤਾਂ ਉਹਦੇ ਵਿੱਚ ਕਰਮ ਮਿਸਿੰਗ ਸੀਗਾ। ਸੋ ਜੇ ਉਸ ਵਾਕ ਦੇ ਵਿੱਚ ਕਰਮ ਮਿਸਿੰਗ ਆ ਤਾਂ ਉਹ ਜਿਹੜੀ ਕਿਰਿਆ ਉਸ ਵਿੱਚ ਖਾਂਦਾ ਹੈ, ਜਿਹੜੀ ਕਿਰਿਆ ਆ ਉਹ ਕਿਹੜੀ ਹੋਗੀ? ਅਕਰਮਕ ਕਿਰਿਆ ਹੋਗੀ। ਸੋ ਅਕਰਮਕ ਤੋਂ ਭਾਵ ਕਰਮ ਰਹਿਤ, ਕਰਮ ਤੋਂ ਬਿਨਾਂ ਜਿਹੜੀ ਕਿਰਿਆ ਹੋ ਰਹੀ ਆ ਉਹ ਅਕਰਮਕ ਕਿਰਿਆ ਹੁੰਦੀ ਹੈ। ਐਗਜ਼ਾਮਪਲ ਹੋਰ ਲੈਂਦੇ ਆਪਾਂ, ਪਿਤਾ ਜੀ ਪੜ੍ਹਦੇ ਹਨ। ਪਿਤਾ ਜੀ ਪੜ੍ਹਦੇ ਹਨ। ਸੋ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਉਹ ਕਰਤਾ ਹੁੰਦਾ ਹੈ। ਪਿਤਾ ਜੀ ਇੱਥੇ ਕੌਣ ਆ? ਕਰਤਾ। ਪਿਤਾ ਜੀ ਪੜ੍ਹਦੇ ਹਨ। ਪੜ੍ਹਦੇ ਯਾਨੀ ਕਿ ਪੜ੍ਹਦੇ ਸ਼ਬਦ ਨੇ ਸਾਨੂੰ ਦੱਸਿਆ ਕਿ ਪਿਤਾ ਜੀ ਕੁਝ ਕਰ ਰਹੇ ਹਨ, ਪਿਤਾ ਜੀ ਕੁਝ ਕਰ ਰਹੇ ਹਨ। ਸੋ ਪਿਤਾ ਜੀ ਪੜ੍ਹਦੇ ਹਨ। ਪੜ੍ਹਦੇ ਸ਼ਬਦ ਨੇ ਸਾਨੂੰ ਦੱਸਿਆ ਪਿਤਾ ਜੀ ਕੁਝ ਕਰ ਰਹੇ ਹਨ। ਪੜ੍ਹਦੇ ਕੀ ਹੋ ਗਿਆ? ਕਿਰਿਆ, ਰਾਈਟ। ਸੋ ਜਿਹੜਾ ਸ਼ਬਦ ਸਾਨੂੰ ਦੱਸੇ ਕਿ ਕੋਈ ਚੀਜ਼ ਹੋ ਰਹੀ ਆ ਜਾਂ ਕੋਈ ਕੰਮ ਹੋ ਰਿਹਾ ਆ ਜਾਂ ਕੋਈ ਕੰਮ ਹੋ ਚੁੱਕਾ ਆ ਜਾਂ ਕੋਈ ਕੰਮ ਹੋਵੇਗਾ ਇਨ ਫਿਊਚਰ, ਸੋ ਉਹ ਜਿਹੜੇ ਸ਼ਬਦ ਜਿਹੜੇ ਸਾਨੂੰ ਕੰਮ ਦੇ ਹੋਣ ਬਾਰੇ ਜਾਣਕਾਰੀ ਦਿੰਦੇ ਹਨ ਉਹ ਸ਼ਬਦ ਕਿਰਿਆ ਕਹਾਉਂਦੇ ਹਨ, ਵਰਬ ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ। ਸੋ ਇਸ ਵਾਕ ਦੇ ਵਿੱਚ ਕਰਤਾ ਅਤੇ ਕਿਰਿਆ ਬਾਰੇ ਦੱਸਿਆ ਗਿਆ ਹੈ ਪਰ ਕਰਮ ਬਾਰੇ ਨਹੀਂ। ਕਰਮ ਤੋਂ ਬਿਨਾਂ ਜੋ ਕਿਰਿਆ ਹੋਵੇ ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਸੋ ਸੇਮ ਵਾਕ ਦੇ ਵਿੱਚ ਜੇ ਅਸੀਂ ਐਡ ਕਰ ਦਈਏ ਕਿ ਪਿਤਾ ਜੀ ਕਿਤਾਬ ਪੜ੍ਹਦੇ ਹਨ, ਇਸ ਵਾਕ ਦੇ ਵਿੱਚ ਦਿੱਤਾ ਹੋਇਆ ਪਿਤਾ ਜੀ ਪੜ੍ਹਦੇ ਹਨ। ਸੋ ਪਿਤਾ ਜੀ ਕਰਤਾ ਹੋ ਗਏ, ਪੜ੍ਹਦੇ ਕਿਰਿਆ ਹੋ ਗਈ, ਪਰ ਕਰਮ ਮਿਸਿੰਗ ਆ, ਕਰਮ ਇਸ ਵਾਕ ਦੇ ਵਿੱਚ ਨਹੀਂ ਹੈ। ਸੋ ਪਿਤਾ ਜੀ ਪੜ੍ਹਦੇ ਹਨ, ਕਰਤਾ ਤੇ ਕਿਰਿਆ ਦੀ ਗੱਲ ਹੋਈ, ਸੋ ਇਹ ਅਕਰਮਕ ਕਿਰਿਆ ਹੋ ਗਈ। ਜੇ ਅਸੀਂ ਇਸ ਦੇ ਵਿੱਚ ਐਡ ਕਰ ਦਈਏ, ਅਸੀਂ ਇਹਦੇ ਵਿੱਚ ਲਿਖ ਦਈਏ ਕਿ ਪਿਤਾ ਜੀ ਕਿਤਾਬ ਪੜ੍ਹਦੇ ਹਨ। ਪਿਤਾ ਜੀ ਕਿਤਾਬ ਪੜ੍ਹਦੇ ਹਨ। ਸੋ ਜਿਹੜਾ ਕਿਤਾਬ ਸ਼ਬਦ ਹੋਊਗਾ ਉਹ ਕਰਮ ਹੋਊਗਾ। ਸੋ ਜੇ ਇਸ ਸ਼ਬਦ ਇਸ ਵਾਕ ਦੇ ਵਿੱਚ ਕਰਮ ਐਡ ਕੀਤਾ ਜਾਵੇ, ਕਰਮ ਲਾ ਦਿੱਤਾ ਜਾਵੇ, ਤਾਂ ਉਹ ਜਿਹੜੀ ਸਕਰਮਕ ਕਿਰਿਆ ਬਣ ਜੂਗੀ, ਜਿਸ ਦੇ ਵਿੱਚ ਬਾਰੇ ਅਸੀਂ ਅੱਗੇ ਪੜ੍ਹਦੇ ਹਾਂ। ਸੋ ਪਰ ਇਸ ਵਾਕ ਦੇ ਵਿੱਚ ਕਰਮ ਦੀ ਗੱਲ ਨਹੀਂ ਕੀਤੀ ਗਈ। ਸੋ ਇਹ ਅਕਰਮਕ, ਕਰਮ ਤੋਂ ਬਿਨਾਂ ਕਿਰਿਆ ਹੋਈ ਆ, ਇਸ ਲਈ ਇਸਨੂੰ ਅਕਰਮਕ ਕਿਰਿਆ ਕਿਹਾ ਜਾਊਗਾ। ਪਿਤਾ ਜੀ ਪੜ੍ਹਦੇ ਹਨ, ਸਾਨੂੰ ਨਹੀਂ ਪਤਾ ਕਿ ਪਿਤਾ ਜੀ ਕੀ ਪੜ੍ਹ ਰਹੇ ਹਨ। ਸੋ ਜੇ ਸਾਨੂੰ ਪਤਾ ਹੁੰਦਾ ਕਿ ਪਿਤਾ ਜੀ ਕਿਤਾਬ ਪੜ੍ਹ ਰਹੇ ਹਨ ਜਾਂ ਅਖਬਾਰ ਪੜ੍ਹ ਰਹੇ ਹਨ, ਤਾਂ ਉਹਦੇ ਵਿੱਚ ਕਰਮ ਦੀ ਗੱਲ ਕੀਤੀ ਗਈ ਹੈ, ਤਾਂ ਉਹ ਸਕਰਮਕ ਕਿਰਿਆ ਹੋ ਜਾਣੀ ਸੀ। ਪਰ ਇਸ ਵਾਕ ਦੇ ਵਿੱਚ ਕਰਮ ਦੀ ਗੱਲ ਨਹੀਂ ਕੀਤੀ ਗਈ, ਇਸ ਵਿੱਚ ਸਿਰਫ ਇਹ ਦੱਸਿਆ ਗਿਆ ਕਿ ਪਿਤਾ ਜੀ ਕੁਝ ਕਰ ਰਹੇ ਹਨ, ਪਿਤਾ ਜੀ ਪੜ੍ਹਦੇ ਹਨ। ਸੋ ਪੜ੍ਹਦੇ ਨੇ ਸਾਨੂੰ ਦੱਸਿਆ ਕਿ ਪਿਤਾ ਜੀ ਪੜ੍ਹ ਰਹੇ ਹਨ। ਸੋ ਪੜ੍ਹਦੇ ਜੋ ਹੈ ਕਿਰਿਆ ਹੈ, ਪਿਤਾ ਜੀ ਕਰਤਾ ਹੈ, ਕਿਉਂਕਿ ਪਿਤਾ ਜੀ ਉਹ ਕੰਮ ਕਰ ਰਹੇ ਹਨ। ਅੱਗੇ ਸਕਰਮਕ ਕਿਰਿਆ। ਸਕਰਮਕ ਕਿਰਿਆ, ਸਕਰਮਕ ਤੋਂ ਭਾਵ ਕਰਮ ਸਹਿਤ। ਅਕਰਮਕ ਦੇ ਵਿੱਚ ਅਸੀਂ ਪੜ੍ਹਿਆ ਸੀ ਕਰਮ ਰਹਿਤ, ਰਹਿਤ ਦਾ ਮਤਲਬ ਬਿਨਾਂ, ਕਰਮ ਰਹਿਤ, ਕਰਮ ਸਹਿਤ ਹੁੰਦਾ ਇਨਕਲੂਡਿੰਗ। ਸਕਰਮਕ ਤੋਂ ਭਾਵ ਕਰਮ ਸਹਿਤ। ਸੋ ਪਿਛਲੇ ਵਾਕ ਦੇ ਵਿੱਚ ਕਰਮ ਮਿਸਿੰਗ ਸੀਗਾ, ਇਹਨਾਂ ਵਾਕਾਂ ਦੇ ਵਿੱਚ ਕਰਮ ਐਡ ਕਰ ਦਿੱਤਾ ਗਿਆ, ਸੋ ਇਹ ਸਕਰਮਕ ਕਿਰਿਆ ਬਣ ਗਈ। ਸਕਰਮਕ ਤੋਂ ਭਾਵ ਕਰਮ ਸਹਿਤ, ਜਿਸ ਵਾਕ ਵਿੱਚ ਕਰਤਾ ਦੇ ਨਾਲ ਕਰਮ ਅਤੇ ਕਿਰਿਆ ਦੋਵੇਂ ਹੋਣ ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਸੋ ਪਿਤਾ ਜੀ ਅਖਬਾਰ ਪੜ੍ਹਦੇ ਹਨ। ਪਿਤਾ ਜੀ ਅਖਬਾਰ ਪੜ੍ਹਦੇ ਹਨ। ਸੋ ਪਿਤਾ ਜੀ ਕੌਣ ਆ? ਜਿਹੜੇ ਕੰਮ ਕਰ ਰਹੇ ਆ ਉਹ ਕਰਤਾ ਆ। ਪਿਤਾ ਜੀ ਅਖਬਾਰ ਪੜ੍ਹ ਰਹੇ ਹਨ। ਸੋ ਅਖਬਾਰ ਕਰਮ, ਪੜ੍ਹਦੇ ਹਨ ਕਿਰਿਆ, ਕਿਉਂਕਿ ਪੜ੍ਹਦੇ ਹਨ ਨੇ ਸਾਨੂੰ ਦੱਸਿਆ ਕਿ ਪਿਤਾ ਜੀ ਅਖਬਾਰ ਪੜ੍ਹ ਰਹੇ ਹਨ। ਮਾਤਾ ਜੀ ਰੋਟੀ ਬਣਾਉਂਦੇ ਹਨ। ਮਾਤਾ ਜੀ ਕਰਤਾ ਆ, ਰੋਟੀ ਕਰਮ ਆ, ਬਣਾਉਂਦੇ ਹਨ, ਬਣਾਉਂਦੇ ਕਿਰਿਆ। ਸੋ ਜਿੱਦਾਂ ਅਸੀਂ ਕਾਲ ਦੀ ਗੱਲ ਕੀਤੀ ਸੀ, ਇਹਨਾਂ ਵਾਕਾਂ ਦੇ ਵਿੱਚ ਤੁਸੀਂ ਦੇਖੋ ਪਿਤਾ ਜੀ ਅਖਬਾਰ ਪੜ੍ਹਦੇ ਹਨ, ਜਿਹੜਾ ਸ਼ਬਦ ਹਨ ਹੈ ਉਹ ਜਿਹੜਾ ਸ਼ਬਦ ਆ ਉਹ ਸਾਨੂੰ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਆ, ਜੋ ਚੀਜ਼ ਹੋ ਰਹੀ ਆ ਹੁਣ ਦੇ ਸਮੇਂ ਦੇ ਵਿੱਚ। ਸੋ ਉਹ ਕਾਲ ਬਾਰੇ ਗੱਲ ਕਰ ਰਿਹਾ। ਪਿਤਾ ਜੀ ਅਖਬਾਰ ਪੜ੍ਹਦੇ ਹਨ, ਪਿਤਾ ਜੀ ਅਖਬਾਰ ਪੜ੍ਹਦੇ ਸਨ, ਉਹ ਪਾਸਟ ਦੀ ਗੱਲ ਹੋਊਗੀ। ਪਿਤਾ ਜੀ ਅਖਬਾਰ ਪੜ੍ਹਨਗੇ, ਉਹ ਫਿਊਚਰ ਦੀ ਗੱਲ ਹੋਊਗੀ। ਸੋ ਜਿਹੜੀ ਕਿਰਿਆ ਆ ਉਹ ਸਾਨੂੰ ਕਾਲ ਦੇ ਬਾਰੇ ਵੀ ਦੱਸਦੀ ਆ। ਪਿਤਾ ਜੀ ਅਖਬਾਰ ਪੜ੍ਹਦੇ, ਪੜ੍ਹਦੇ ਪ੍ਰੈਜ਼ੈਂਟ, ਪੜ੍ਹਦੇ ਸੀ ਜਿਹੜਾ ਪਾਸਟ, ਪੜ੍ਹਨਗੇ ਜਿਹੜਾ ਫਿਊਚਰ। ਸੋ ਪੜ੍ਹਦੇ ਜਾਂ ਪੜ੍ਹਨਗੇ ਜਿਹੜਾ ਸ਼ਬਦ ਆ ਉਹ ਕਿਰਿਆ ਹੈ,
ਅਖਬਾਰ ਕਰਮ ਹੈ, ਪਿਤਾ ਜੀ ਕਰਤਾ ਹਨ। ਸੋ ਅਖਬਾਰ ਕਰਮ ਦੀ ਗੱਲ ਹੋਈ ਇਸ ਵਾਕ ਦੇ ਵਿੱਚ, ਸੋ ਇਹ ਸਕਰਮਕ ਕਿਰਿਆ ਆ। ਕਰਮ ਸਹਿਤ ਕਿਰਿਆ ਆ। ਕਰਮ ਤੋਂ ਬਿਨਾਂ ਵਾਲੀ ਕਿਰਿਆ ਨੂੰ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਕਰਮ ਸਹਿਤ ਕਿਰਿਆ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਆਈ ਹੋਪ ਤੁਹਾਨੂੰ ਥੋੜਾ ਜਿਹਾ ਕਲੀਅਰ ਹੋ ਗਿਆ ਹੋਊਗਾ ਕਿਰਿਆ ਦੇ ਬਾਰੇ। ਸੋ ਇਹ ਸੀਗਾ ਤੀਸਰਾ ਪਾਰਟ, ਪਾਰਟਸ ਆਫ ਸਪੀਚ ਦਾ। ਅਸੀਂ ਨਾਮ ਪੜ੍ਹੇ, ਪੜਨਾਮ ਪੜ੍ਹੇ, ਕਿਰਿਆ ਪੜ੍ਹੀ। ਹੁਣ ਅਸੀਂ ਚੌਥੇ ਭਾਗ ਦੀ ਗੱਲ ਕਰਦੇ ਹਾਂ, ਵਿਸ਼ੇਸ਼ਣ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਐਡਜੈਕਟਿਵ ਕਹਿ ਦਿੰਦੇ ਆ। ਵਿਸ਼ੇਸ਼ਣ ਤੋਂ ਭਾਵ ਵਿਸ਼ੇਸ਼ਤਾ। ਸੋ ਵਿਸ਼ੇਸ਼ਣ ਦਾ ਮਤਲਬ ਹੁੰਦਾ ਹੈ, ਵਿਸ਼ੇਸ਼ਣ ਦਾ ਅਰਥ ਹੁੰਦਾ ਹੈ ਵਿਸ਼ੇਸ਼, ਇੰਪੋਰਟੈਂਟ, ਖਾਸ। ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਹਿੰਦੇ ਹਨ। ਸੋ ਵਾਕ ਦੇ ਵਿੱਚ ਕੋਈ ਸੈਂਟੈਂਸ ਆ, ਉਹਦੇ ਵਿੱਚ ਕੋਈ ਨਾਮ ਜਾਂ ਪੜਨਾਮ, ਪੜਨਾਮ ਉਹ ਸ਼ਬਦ ਹੁੰਦੇ ਆ ਜਿਹੜੇ ਨਾਵਾਂ ਦੀ ਜਗ੍ਹਾ ਤੇ ਯੂਜ਼ ਕੀਤੇ ਜਾਂਦੇ ਆ, ਨਾਵਾਂ ਦੀ ਜਗ੍ਹਾ ਤੇ ਵਰਤੇ ਜਾਂਦੇ ਆ। ਸੋ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਹਿੰਦੇ ਹਨ। ਕਿਸੇ ਸੈਂਟੈਂਸ ਦੇ ਵਿੱਚ ਕੋਈ ਨਾਮ ਆ ਜਾਂ ਕੋਈ ਪੜਨਾਮ ਵਰਤਿਆ ਗਿਆ ਆ, ਉਹਨਾਂ ਨਾਵਾਂ ਜਾਂ ਪੜਨਾਵਾਂ ਦੀ ਵਿਸ਼ੇਸ਼ਤਾ, ਇੰਪੋਰਟੈਂਸ, ਉਹਨਾਂ ਦੀ ਖਾਸੀਅਤ ਦੱਸਦੇ ਹੋਏ ਕਿਸੇ ਆਮ ਜਿਹੇ ਸ਼ਬਦ ਨੂੰ, ਕਿਸੇ ਆਮ ਜਿਹੇ ਵਾਕ ਨੂੰ ਖਾਸ ਬਣਾ ਦੇਣਾ। ਜਿਹੜੇ ਸ਼ਬਦ ਇਹ ਕੰਮ ਕਰਦੇ ਆ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਆ। ਸੋ ਵਾਕ ਵਿੱਚ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ। ਉਹਦੀ ਇੱਕ ਹੋਰ ਐਗਜ਼ਾਮਪਲ, ਡੈਫੀਨੇਸ਼ਨ, ਵਾਕ ਵਿੱਚ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ। ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਵਿਸ਼ੇਸ਼ਣ ਅੱਗੇ ਦੱਸਿਆ ਹੋਇਆ ਕਿ ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਗੁਣਵਾਚਕ ਵਿਸ਼ੇਸ਼ਣ, ਗਿਣਤੀਵਾਚਕ ਵਿਸ਼ੇਸ਼ਣ, ਮਿਣਤੀਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ ਤੇ ਪੜਨਾਵੀ ਵਿਸ਼ੇਸ਼ਣ। ਸੋ ਅਸੀਂ ਇੱਕ ਵਾਰੀ ਵਿਸ਼ੇਸ਼ਣ ਨੂੰ ਦੁਬਾਰਾ ਤੋਂ ਪੜ੍ਹਦੇ ਹਾਂ। ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ਤਾ ਰਾਹੀਂ ਉਹ ਨਾਮ ਪੜਨਾਮ ਸ਼ਬਦਾਂ ਦੀ ਗਿਣਤੀ, ਮਿਣਤੀ, ਗੁਣ, ਔਗਣ, ਲੱਛਣ, ਰੰਗ, ਅਵਸਥਾ ਆਦਿ ਦਾ ਬੋਧ ਜਾਂ ਜਾਣਕਾਰੀ ਕਰਵਾ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ। ਸੋ ਕਈ ਵਾਰ ਜਿਹੜੇ ਸ਼ਬਦ ਹੁੰਦੇ, ਕਈ ਸ਼ਬਦ ਉਹ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਹ ਇੱਕ ਤਾਂ ਉਹਨਾਂ ਦੀ ਵਿਸ਼ੇਸ਼ਤਾ ਦੱਸਦੇ ਆ, ਉਹਨਾਂ ਦੇ ਗੁਣ ਤੇ ਔਗਣ ਬਾਰੇ ਗੱਲ ਕਰਦੇ ਆ, ਜਾਂ ਉਹਨਾਂ ਦੇ ਲੱਛਣਾਂ ਬਾਰੇ ਗੱਲ ਕਰਦੇ ਆ, ਜਾਂ ਉਹਨਾਂ ਦੀ ਗਿਣਤੀ ਮਿਣਤੀ ਬਾਰੇ ਗੱਲ ਕਰਦੇ ਆ, ਜਾਂ ਉਹਨਾਂ ਦੇ ਰੰਗ ਰੂਪ ਬਾਰੇ, ਉਹਨਾਂ ਦੀ ਅਵਸਥਾ ਬਾਰੇ ਗੱਲ ਕਰਦੇ ਆ। ਸੋ ਉਹ ਸ਼ਬਦ ਜਿਹੜੇ ਆ ਉਹ ਆਮ ਸ਼ਬਦਾਂ ਨੂੰ ਖਾਸ ਬਣਾ ਦਿੰਦੇ ਆ, ਵਿਸ਼ੇਸ਼ ਬਣਾ ਦਿੰਦੇ ਆ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸੋ ਵਿਸ਼ੇਸ਼ਣ ਦੀਆਂ ਅੱਗੇ ਕਿਸਮਾਂ, ਗੁਣਵਾਚਕ ਵਿਸ਼ੇਸ਼ਣ, ਗਿਣਤੀਵਾਚਕ ਵਿਸ਼ੇਸ਼ਣ, ਮਿਣਤੀਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ ਤੇ ਪੜਨਾਵੀ ਵਿਸ਼ੇਸ਼ਣ। ਪਹਿਲਾਂ ਅਸੀਂ ਗੱਲ ਕਰਦੇ ਹਾਂ ਗੁਣਵਾਚਕ ਵਿਸ਼ੇਸ਼ਣ ਦੀ। ਸੋ ਗੁਣਵਾਚਕ, ਤੁਹਾਨੂੰ ਨਾਮ ਤੋਂ ਹੀ ਆਈਡੀਆ ਅੰਦਾਜ਼ਾ ਹੋ ਗਿਆ ਹੋਊਗਾ। ਗੁਣਵਾਚਕ ਵਿਸ਼ੇਸ਼ਣ ਦਾ ਮਤਲਬ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸੋ ਨਾਮ ਮਤਲਬ ਨਾਮ, ਕਿਸੇ ਚੀਜ਼ ਦਾ ਨਾਮ, ਜਾਂ ਪੜਨਾਮ, ਪੜਨਾਮ ਜਿਹੜੇ ਆ ਉਹ ਨਾਵਾਂ ਦੀ ਜਗ੍ਹਾ ਤੇ ਵਰਤੇ ਜਾਂਦੇ ਆ। ਤੁਹਾਨੂੰ ਇੱਕ ਵਾਰੀ ਫਿਰ ਕਲੀਅਰ ਕਰ ਦੇਵਾਂ ਕਿ ਪੜਨਾਮ ਕੀ ਹੁੰਦਾ ਹੈ। ਪੜਨਾਮ ਉਹ ਸ਼ਬਦ ਹੁੰਦੇ ਆ ਜਿਹੜੇ ਨਾਵਾਂ ਦੀ ਜਗ੍ਹਾ ਤੇ ਵਰਤੇ ਜਾਂਦੇ ਆ। ਇੰਸਟੈਡ ਆਫ ਅਮਿਤੋਜ ਮੈਂ ਕਹਿ ਦੂੰਗੀ ਉਹ, ਉਸਦਾ, ਉਹ, ਇਹ, ਸਾਡਾ, ਤੁਹਾਡਾ, ਅਸੀਂ, ਤੁਸੀਂ, ਇਹ ਜਿੰਨੇ ਵੀ ਸ਼ਬਦ ਆ ਇਹ ਨਾਵਾਂ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ। ਸੋ ਕਿਸੇ ਵਾਕ ਦੇ ਵਿੱਚ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ਤਾ ਰਾਹੀਂ ਉਹ ਸ਼ਬਦ ਨਾਮ ਪੜਨਾਮ ਸ਼ਬਦਾਂ ਦੀ ਗਿਣਤੀ, ਮਿਣਤੀ, ਗੁਣ, ਔਗਣ, ਰੰਗ ਅਤੇ ਅਵਸਥਾ ਆਦਿ ਦਾ ਬੋਧ ਕਰਾ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ। ਜਿਵੇਂ ਅਜੀਤ ਇਮਾਨਦਾਰ ਬੰਦਾ ਹੈ ਤੇ ਹਰੀਸ਼ ਬੇਈਮਾਨ ਬੰਦਾ ਹੈ। ਸੋ ਅਜੀਤ ਇਮਾਨਦਾਰ ਬੰਦਾ ਹੈ, ਹਰੀਸ਼ ਬੇਈਮਾਨ ਬੰਦਾ ਹੈ। ਸੋ ਗੁਣਵਾਚਕ ਵਿਸ਼ੇਸ਼ਣ ਦੇ ਵਿੱਚ ਕਿਸੇ ਚੀਜ਼ ਦਾ ਗੁਣ ਦੱਸਿਆ ਗਿਆ, ਕਿਸੇ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੀ ਗਈ। ਅਜੀਤ ਇਮਾਨਦਾਰ ਬੰਦਾ ਹੈ, ਅਜੀਤ ਕਿਹੋ ਜਿਹਾ ਬੰਦਾ ਹੈ? ਅਜੀਤ ਇਮਾਨਦਾਰ ਬੰਦਾ ਹੈ। ਹਰੀਸ਼ ਬੇਈਮਾਨ ਬੰਦਾ ਹੈ। ਹਰੀਸ਼ ਜਿਹੜਾ ਇੱਕ ਨਾਮ ਆ, ਨਾਮ ਦੇ ਨਾਲ ਆ ਕੇ ਉਸ ਬਾਰੇ ਦੱਸਿਆ ਗਿਆ ਕਿ ਉਹ ਕਿਹੋ ਜਿਹਾ ਬੰਦਾ ਹੈ,
ਬੇਈਮਾਨ ਬੰਦਾ ਉਹਦੇ ਔਗਣ ਬਾਰੇ ਦੱਸਿਆ ਗਿਆ। ਇਮਾਨਦਾਰ ਜਿਹੜਾ ਉਹ ਗੁਣ ਆ, ਬੇਈਮਾਨ ਔਗਣ ਆ। ਫਿਰ ਅਸੀਂ ਕਹਿ ਦਿੰਦੇ ਹਾਂ ਕਿ ਉਹ ਬੰਦਾ ਕੋਝਾ ਹੈ, ਉਹ ਮਧਰਾ ਹੈ, ਉਹ ਨੇਕ ਬੰਦਾ ਹੈ, ਉਹ ਮਾੜਾ ਬੰਦਾ ਹੈ, ਉਹ ਸ਼ਹਿਰੀ ਲੋਕ ਹਨ, ਉਹ ਉੱਚਾ ਹੈ, ਉਹ ਸੁੱਚਾ ਹੈ, ਉਹ ਛੋਟਾ ਹੈ, ਵੱਡਾ ਹੈ, ਗੋਰਾ ਹੈ ਜਾਂ ਕਾਲਾ ਹੈ। ਇਹ ਜਿਹੜੇ ਸ਼ਬਦ ਆ ਇਹ ਉਸ ਚੀਜ਼ ਦੀ ਵਿਸ਼ੇਸ਼ਤਾ ਦੱਸਦੇ ਆ ਤੇ ਨਾਲੇ ਨਾਲ ਉਹਦਾ ਗੁਣ ਅਤੇ ਔਗਣ ਜਿਹੜਾ ਸਾਨੂੰ ਦੱਸਦੇ ਆ। ਸੋ ਇਸਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਆ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਪਰਿਮਾਣਵਾਚਕ ਜਾਂ ਮਿਣਤੀਵਾਚਕ ਦੋਨੋਂ ਸੇਮ ਮਤਲਬ ਹੈ, ਇੱਕ ਹੀ ਮਤਲਬ ਇਹਨਾਂ ਦਾ ਇੱਕ ਹੀ ਅਰਥ ਆ। ਮਿਣਤੀਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਨਾਪ ਤੋਲ ਜਾਂ ਮਿਣਤੀ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਮਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਸੋ ਜਿਹੜੇ ਸ਼ਬਦ ਵਾਕਾਂ ਦੇ ਵਿੱਚ ਨਾਂਵ ਜਾਂ ਪੜਨਾਂਵ ਦੀ ਨਾਪ ਤੋਲ ਜਾਂ ਮਿਣਤੀ ਦੱਸ ਕੇ ਨਾਂਵ ਜਾਂ ਪੜਨਾਂਵ ਦੇ ਨਾਪ ਤੋਲ ਜਾਂ ਮਿਣਤੀ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ ਮਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਮੇਰਾ ਕੱਦ 6 ਫੁੱਟ ਹੈ। ਸੋ ਮੇਰਾ ਜਿਹੜਾ ਸ਼ਬਦ ਹੈ ਉਹ ਪੜਨਾਂਵ ਹੈ, ਕੱਦ 6 ਫੁੱਟ ਹੈ, ਮੇਰਾ ਕੱਦ 6 ਫੁੱਟ ਹੈ। ਸੋ ਫੁੱਟ ਜਿਹੜਾ ਹੈ ਉਹ ਮਿਣਤੀ ਹੋ ਗਈ। ਮੇਰੀ ਚੁੰਨੀ 3 ਮੀਟਰ ਦੀ ਹੈ, ਮੇਰੀ ਚੁੰਨੀ 3 ਮੀਟਰ ਦੀ ਹੈ। ਮੀਟਰ ਜਿਹੜਾ ਹੈ ਉਹ ਮਿਣਤੀ ਹੋ ਗਈ। 2 ਕਿਲੋ ਆਟਾ ਦੇ ਦਿਓ, 2 ਕਿਲੋ ਆਟਾ ਦੇ ਦਿਓ। ਕਿਲੋ ਜਿਹੜਾ ਹੈ ਉਹ ਨਾਪ ਤੋਲ ਦੀ ਗੱਲ ਕੀਤੀ ਗਈ ਇੱਥੇ। ਸੋ ਇਹਨਾਂ ਜਿਹੜੇ ਸ਼ਬਦਾਂ ਫੁੱਟ, ਮੀਟਰ, ਕਿਲੋ, ਇਹ ਜਿਹੜੇ ਸ਼ਬਦ ਆ ਇਹਨਾਂ ਨੇ ਆਮ ਨਾਵਾਂ ਨੂੰ ਖਾਸ ਬਣਾ ਦਿੱਤਾ, ਉਹਨਾਂ ਦੀ ਵਿਸ਼ੇਸ਼ਤਾ ਦੱਸੀ। ਕੱਦ ਦੀ ਵਿਸ਼ੇਸ਼ਤਾ ਦੱਸੀ, ਕਿੰਨਾ ਕੱਦ ਹੈ 6 ਫੁੱਟ ਹੈ। ਚੁੰਨੀ ਕਿੰਨੀ ਲੰਬੀ ਹੈ 3 ਮੀਟਰ ਦੀ ਹੈ। ਆਟਾ ਕਿੰਨਾ ਚਾਹੀਦਾ ਹੈ 2 ਕਿਲੋ ਆਟਾ ਚਾਹੀਦਾ ਹੈ। ਸੋ ਆਮ ਨਾਵਾਂ ਨੂੰ ਖਾਸ ਬਣਾ ਦਿੱਤਾ ਗਿਆ। ਸੋ ਇਹਨਾਂ ਨੂੰ ਕੀ ਕਹਿੰਦੇ ਆ, ਸੌਰੀ, ਇਹਨਾਂ ਨੂੰ ਨਾਪ ਤੋਲ ਕੇ ਇਹਨਾਂ ਨੂੰ ਮਿਣਤੀ ਇਹਨਾਂ ਦੀ ਦੱਸ ਕੇ ਇਹਨਾਂ ਨੂੰ ਨਾਪ ਤੋਲ ਕੇ ਔਰ ਮਿਣਤੀ ਦੱਸ ਕੇ ਇਹਨਾਂ ਨੂੰ ਆਮ ਨਾਵਾਂ ਤੋਂ ਖਾਸ ਬਣਾ ਦਿੱਤਾ ਗਿਆ। ਸੋ ਇਹਨਾਂ ਨੂੰ ਮਿਣਤੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੇ ਵਿੱਚ ਮਿਣਤੀ ਦੀ ਗੱਲ ਕੀਤੀ ਗਈ ਹੈ, ਮਾਪ ਤੋਲ ਦੀ ਗੱਲ ਕੀਤੀ ਗਈ ਹੈ। ਤੀਸਰਾ ਹੈ ਗਿਣਤੀਵਾਚਕ ਵਿਸ਼ੇਸ਼ਣ। ਜਿਸ ਤਰ੍ਹਾਂ ਮਿਣਤੀ ਦੀ ਗੱਲ ਹੋਈ ਸੀ, ਮਾਪ ਤੋਲ ਦੀ ਗੱਲ ਹੋਈ ਸੀ, ਉਸੇ ਤਰ੍ਹਾਂ ਇਹਨਾਂ ਸ਼ਬਦਾਂ ਦੇ ਵਿੱਚ ਗਿਣਤੀ ਦੀ ਗੱਲ ਹੁੰਦੀ ਹੈ। ਸੋ ਜੋ ਸ਼ਬਦ ਨਾਂਵ ਜਾਂ ਪੜਨਾਂਵ ਦੀ ਗਿਣਤੀ ਜਾਂ ਦਰਜਾ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾ ਦੇਵੇ, ਉਸਨੂੰ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਸੋ ਇੱਥੇ ਟਾਈਪਿੰਗ ਐਰਰ ਆ, ਇਹਨੂੰ ਕਰੈਕਟ ਕਰ ਦਿਓ ਪਲੀਜ਼। ਸੋ ਜੋ ਸ਼ਬਦ ਨਾਂਵ ਜਾਂ ਪੜਨਾਂਵ ਦੀ ਗਿਣਤੀ ਜਾਂ ਦਰਜਾ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾ ਦੇਵੇ, ਉਸਨੂੰ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਮੇਰੇ ਕੋਲ 2 ਸਕੂਟਰ ਹਨ, ਸਾਡੇ ਕੋਲ 4 ਘਰ ਹਨ, ਮੈਂ 8ਵੀਂ ਜਮਾਤ ਵਿੱਚ ਪੜ੍ਹਦਾ ਹਾਂ, ਮੈਂ ਕੰਮ ਤੋਂ ਅੱਧਾ ਘੰਟਾ ਦੇਰੀ ਨਾਲ ਆਇਆ, ਤੁਹਾਡੇ ਆਉਣ ਨਾਲ ਮੇਰੀ ਖੁਸ਼ੀ ਦੁੱਗਣੀ ਹੋ ਗਈ ਜਾਂ ਮੇਰੀ ਖੁਸ਼ੀ ਚੌਗਣੀ ਹੋ ਗਈ, ਮੈਂ ਕੰਮ ਤੋਂ ਪੌਣਾ ਘੰਟਾ ਲੇਟ ਆਇਆ, ਦੇਰੀ ਨਾਲ ਆਇਆ। ਸੋ ਜਿੱਦਾਂ ਪਿਛਲੇ ਵਾਕ ਦੇ ਵਿੱਚ, ਪਿਛਲੇ ਐਗਜ਼ਾਮਪਲ ਦੇ ਵਿੱਚ ਮਿਣਤੀਵਾਚਕ ਵਿਸ਼ੇਸ਼ਣ ਦੇ ਵਿੱਚ ਮਿਣਤੀ ਮਾਪ ਤੋਲ ਦੀ ਗੱਲ ਕੀਤੀ ਗਈ ਸੀ, ਇਹਨਾਂ ਦੇ ਵਿੱਚ ਇਹਨਾਂ ਸ਼ਬਦਾਂ ਵਾਕਾਂ ਦੇ ਵਿੱਚ ਗਿਣਤੀ ਦੀ ਗੱਲ ਕੀਤੀ ਜਾਂਦੀ ਹੈ। ਸੋ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਗਿਣਤੀ ਜਾਂ ਦਰਜਾ ਦੱਸ ਕੇ ਉਸਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ। ਸੋ ਮੇਰੇ ਕੋਲ 2 ਸਕੂਟਰ ਹਨ, 2 ਸਕੂਟਰ ਹਨ। ਸੋ ਇੱਥੇ ਗਿਣਤੀ ਦੀ ਗੱਲ ਹੋਈ। ਮੇਰੇ ਕੋਲ ਕਿੰਨੇ ਸਕੂਟਰ ਹਨ 2 ਸਕੂਟਰ ਹਨ। ਸਾਡੇ ਕੋਲ ਕਿੰਨੇ ਘਰ ਹਨ 4 ਘਰ ਹਨ। ਮੈਂ ਕਿਹੜੀ ਕਲਾਸ 'ਚ ਪੜ੍ਹਦੀ ਹਾਂ, ਕਿਹੜੀ ਜਮਾਤ ਵਿੱਚ ਪੜ੍ਹਦੀ ਹਾਂ, 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਜਾਂ ਪੜ੍ਹਦਾ ਹਾਂ। ਮੈਂ ਕੰਮ ਤੋਂ ਕਿੰਨਾ ਘੰਟਾ ਦੇਰੀ ਨਾਲ ਆਇਆ, ਅੱਧਾ ਘੰਟਾ ਜਾਂ ਪੌਣਾ ਘੰਟਾ ਜਾਂ 1 ਘੰਟਾ, ਤੁਹਾਡੇ ਆਉਣ ਨਾਲ ਮੇਰੀ ਖੁਸ਼ੀ ਦੁੱਗਣੀ ਹੋ ਗਈ ਜਾਂ 4 ਗੁਣੀ ਹੋ ਗਈ। ਸੋ ਇਹ ਗਿਣਤੀ ਦੇ ਨਾਲ ਨਾਵਾਂ ਤੇ ਪੜਨਾਵਾਂ ਦੀ ਜਿਹੜੀ ਗਿਣਤੀ ਦੇ ਨਾਲ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦੇ ਆ। ਸੋ ਇਸ ਨੂੰ ਗਿਣਤੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਨਿਸ਼ਚੈਵਾਚਕ ਵਿਸ਼ੇਸ਼ਣ। ਤੁਹਾਨੂੰ ਯਾਦ ਹੋਊਗਾ ਜਦੋਂ ਅਸੀਂ ਪੜਨਾਂਵ ਪੜ੍ਹ ਰਹੇ ਸੀ ਤਾਂ ਉਸ ਵਿੱਚ ਅਸੀਂ ਨਿਸ਼ਚੈਵਾਚਕ ਪੜਨਾਂਵ ਦੀ ਗੱਲ ਕੀਤੀ ਸੀ। ਸੋ ਨਿਸ਼ਚੈਵਾਚਕ ਪੜਨਾਂਵ ਬਾਰੇ ਅਸੀਂ ਪੜ੍ਹਿਆ ਸੀ ਕਿ ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸਦੇ ਨਾਂ ਦੀ ਥਾਂ ਤੇ ਵਰਤੇ ਜਾਣ, ਉਹਨਾਂ ਨੂੰ ਨਿਸ਼ਚੈਵਾਚਕ ਪੜਨਾਂਵ ਕਹਿੰਦੇ ਹਨ। ਜਿਵੇਂ ਅਸੀਂ ਐਗਜ਼ਾਮਪਲ ਲਈ ਸੀ, ਉਹ ਬਹੁਤ ਹੀ ਹਸਮੁਖ ਕੁੜੀ ਹੈ, ਇਹ ਬਹੁਤ ਹੋਣਹਾਰ ਮੁੰਡਾ ਹੈ। ਸੋ ਇਹ ਤੇ ਉਹ ਜਿਹੜੇ ਸ਼ਬਦ ਸੀ ਉਹ ਦੂਰ ਤੇ ਨੇੜੇ ਦੀ ਚੀਜ਼ ਨੂੰ ਦੱਸਦੇ ਸੀ ਤੇ ਨਾਲ ਹੀ ਨਿਸ਼ਚਿਤ ਕਰਦੇ ਸੀ ਕਿ ਉਹ ਜਿਹੜੀ ਚੀਜ਼ ਆ ਉਹ ਕਨਫਰਮ ਆ, ਉਹ ਉਸ ਦੇ ਵਿੱਚ ਕੋਈ ਵੀ ਡਾਊਟ ਨਹੀਂ ਆ।
ਨਿਸ਼ਚੇ ਪੂਰਵਕ ਉਹ ਚੀਜ਼ ਕਹੀ ਗਈ ਸੀਗੀ, ਸੋ ਨਿਸ਼ਚੇ ਵਾਚਕ ਪੜ੍ਹਨਾਂਵ ਸੀਗਾ ਉਹ। ਤਾਂ ਸੇਮ ਉਸੇ ਤਰੀਕੇ ਨਿਸ਼ਚੇਵਾਚਕ ਵਿਸ਼ੇਸ਼ਣ ਵੀ ਹੁੰਦਾ ਹੈ। ਨਿਸ਼ਚੇਵਾਚਕ ਪੜ੍ਹਨਾਂਵ ਨੂੰ ਹੀ ਨਿਸ਼ਚੇਵਾਚਕ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਵੀ ਵਰਤਿਆ ਲਿਆ ਜਾਂਦਾ ਹੈ। ਸੋ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਬਾਰੇ ਨਿਸ਼ਚੇ ਨਾਲ ਸੰਕੇਤ ਕਰਕੇ ਉਸਨੂੰ ਆਮ ਤੋਂ ਖਾਸ ਬਣਾ ਦੇਣ। ਸੋ ਇਸ ਪਰਿਭਾਸ਼ਾ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਸ਼ਬਦ ਉਹ ਸ਼ਬਦ ਜਿਹੜੇ ਕਿਸੇ ਨਾਮ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਬਾਰੇ ਨਿਸ਼ਚੇ ਨਾਲ, ਨਿਸ਼ਚੇ ਮਤਲਬ ਵਿਦਆਊਟ ਡਾਊਟ, ਕਿਸੇ ਵੀ ਕੋਈ ਵੀ ਡਾਊਟ ਨਹੀਂ ਹੈ ਇਸ ਚੀਜ਼ ਦੇ ਵਿੱਚ, ਸੰਕੇਤ ਕਰਕੇ, ਸੰਕੇਤ ਮਤਲਬ ਇਸ਼ਾਰਾ ਕਰਕੇ। ਸੋ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਬਾਰੇ ਨਿਸ਼ਚੇ ਨਾਲ ਸੰਕੇਤ ਕਰਕੇ ਉਸਨੂੰ ਆਮ ਤੋਂ ਖਾਸ ਬਣਾ ਦੇਣ, ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਨ। ਇਹ ਮੇਰੀ ਕਿਤਾਬ ਹੈ, ਇਹ ਕਿਤਾਬ ਮੇਰੀ ਹੈ, ਜਾਂ ਇਹ ਮੇਰੀ ਕਿਤਾਬ ਹੈ, ਇਹ ਸਾਡਾ ਘਰ ਹੈ, ਮੈਂ ਇਸੇ ਸਕੂਲ ਵਿੱਚੋਂ ਪੜ੍ਹਿਆ ਹਾਂ। ਸੋ ਇਹਨਾਂ ਵਾਕਾਂ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਡਾਊਟ ਨਹੀਂ ਦਿਖ ਰਿਹਾ, ਇਹ ਕਿਤਾਬ ਮੇਰੀ ਹੈ। ਸੋ ਉਹ ਕੋਈ ਬੰਦਾ ਕਹਿ ਰਿਹਾ ਕਿ ਇਹ ਕਿਤਾਬ ਮੇਰੀ ਹੈ, ਸੋ ਉਹ ਸ਼ਿਓਰ ਆ ਕਿ ਇਹ ਕਿਤਾਬ ਉਸਦੀ ਹੈ। ਇਹ ਸਾਡਾ ਘਰ ਹੈ, ਮੈਂ ਇਸੇ ਸਕੂਲ ਵਿੱਚੋਂ ਪੜ੍ਹਿਆ ਹਾਂ। ਉਹ ਸਾਡਾ ਖੇਤ ਹੈ, ਉਹ ਸਾਡਾ ਪਿੰਡ ਹੈ। ਇਹ ਉਹ ਜਿਹੜੇ ਸ਼ਬਦ ਆ ਇਹ ਨਾਂਵ ਤੇ ਪੜ੍ਹਨਾਂਵ ਦੀ ਜਗ੍ਹਾ ਤੇ ਵਰਤੇ ਗਏ ਆ, ਪੜ੍ਹਨਾਂਵ ਦੀ ਜਗ੍ਹਾ ਸੌਰੀ ਨਾਮ ਦੀ ਜਗ੍ਹਾ ਤੇ ਵਰਤੇ ਗਏ ਸ਼ਬਦ ਆ, ਪਰ ਇਹ ਨਾਲ ਦੀ ਨਾਲ ਹੀ ਉਸ ਚੀਜ਼ ਬਾਰੇ ਸੰਕੇਤ ਕਰ ਰਹੇ ਆ ਕਿ ਕਿਤਾਬ ਮੇਰੀ ਹੈ, ਇਹ ਕਿਤਾਬ ਮੇਰੀ ਹੈ, ਸਾਡਾ ਘਰ ਹੈ, ਇਹ ਸਾਡਾ ਘਰ ਹੈ, ਸਾਡਾ ਖੇਤ ਹੈ, ਉਹ ਸਾਡਾ ਖੇਤ ਹੈ, ਸਾਡਾ ਪਿੰਡ ਹੈ, ਉਹ ਸਾਡਾ ਪਿੰਡ ਹੈ। ਸੋ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ, ਸੰਕੇਤ ਕਰਕੇ ਉਸ ਨੂੰ ਆਮ ਤੋਂ ਖਾਸ ਬਣਾ ਰਹੇ ਹਨ। ਸੋ ਇਹ ਨਿਸ਼ਚੇਵਾਚਕ ਵਿਸ਼ੇਸ਼ਣ ਹਨ। ਇਸ ਤੋਂ ਬਾਅਦ ਲਾਸਟ ਵਾਲਾ ਆਪਣਾ ਅਖੀਰਲਾ ਪੜ੍ਹਨਾਵੀ ਵਿਸ਼ੇਸ਼ਣ। ਸੋ ਪੜ੍ਹਨਾਵੀ ਵਿਸ਼ੇਸ਼ਣ ਉਹ ਸ਼ਬਦ ਜੋ ਹੋਣ ਤਾਂ ਪੜ੍ਹਨਾਂਵ ਪਰ ਵਾਕ ਵਿੱਚ ਨਾਮ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ। ਉਹ ਸ਼ਬਦ ਜੋ ਹੋਣ ਤਾਂ ਪੜ੍ਹਨਾਂਵ ਪਰ ਵਾਕ ਵਿੱਚ ਨਾਮ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਪੜ੍ਹਨਾਵੀ ਵਿਸ਼ੇਸ਼ਣ ਅਖਵਾਉਂਦੇ ਹਨ। ਸੋ ਪੜ੍ਹਨਾਂਵ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਇਹ, ਉਹ, ਮੇਰਾ, ਤੇਰਾ, ਤੁਹਾਡਾ, ਸਾਡਾ, ਅਸੀਂ, ਤੁਸੀਂ, ਇਹ ਜਿਹੜੇ ਸ਼ਬਦ ਆਪਾਂ ਨਾਵਾਂ ਦੀ ਜਗ੍ਹਾ ਤੇ ਵਰਤਦੇ ਹਾਂ ਇਹਨਾਂ ਨੂੰ ਪੜ੍ਹਨਾਂਵ ਕਹਿੰਦੇ ਹਨ। ਸੋ ਉਹ ਸ਼ਬਦ ਜੋ ਐਕਚੁਅਲੀ ਤਾਂ ਪੜ੍ਹਨਾਂਵ ਹੁੰਦੇ ਹਨ ਪਰ ਵਾਕ ਵਿੱਚ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਦੇ ਹਨ, ਉਹ ਵਿਸ਼ੇਸ਼ਤਾ ਦੱਸਦੇ ਕਿਸੇ ਚੀਜ਼ ਦੀ, ਉਹ ਪੜ੍ਹਨਾਵੀ ਵਿਸ਼ੇਸ਼ਣ ਅਖਵਾਉਂਦੇ ਹਨ। ਜਿਵੇਂ ਕਿਹੜਾ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ। ਸੋ ਇੱਥੇ ਟਾਈਪਿੰਗ ਐਰਰ ਆ, ਐਂਡ ਦੇ ਵਿੱਚ ਕੁਐਸਚਨ ਮਾਰਕ ਆਉਣਾ, ਇਹਨੂੰ ਕਰੈਕਟ ਕਰ ਲਿਓ ਪਲੀਜ਼। ਕਿਹੜਾ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ, ਕੁਐਸਚਨ ਪੁੱਛਿਆ ਗਿਆ, ਕਿਹੜਾ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ। ਕਿਹੜਾ ਜਿਹੜਾ ਸ਼ਬਦ ਵਰਤਿਆ ਗਿਆ ਕਿਹੜਾ, ਇਹ ਨਾਮ ਦੇ ਨਾਲ ਆ ਕੇ ਨਾਲ ਦੀ ਨਾਲ ਇਹ ਤੁਹਾਨੂੰ ਕੁਐਸਚਨ ਵੀ ਪੁੱਛ ਰਿਹਾ ਆ, ਪਰ ਨਾਲ ਦੀ ਨਾਲ ਇਹ ਉਹਦੀ ਵਿਸ਼ੇਸ਼ਤਾ ਵੀ ਦੱਸ ਰਿਹਾ ਕਿ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ, ਪਰ ਕਿਹੜਾ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ। ਆਮ ਵਾਕ ਨੂੰ ਇਹਨੇ ਖਾਸ ਬਣਾ ਦਿੱਤਾ, ਕਿਹੜਾ ਅਧਿਆਪਕ ਤੁਹਾਨੂੰ ਪੜ੍ਹਾਉਂਦਾ ਹੈ। ਜਿਸ ਤੇ ਯਕੀਨ ਨਾ ਹੋਵੇ, ਜਿਸ ਤੇ ਯਕੀਨ ਨਾ ਹੋਵੇ ਉਸ ਨਾਲ ਕੋਈ ਵੀ ਵਿਹਾਰ ਨਹੀਂ ਰੱਖਣਾ ਚਾਹੀਦਾ। ਸੋ ਜਿਸ ਤੇ ਯਕੀਨ ਨਾ ਹੋਵੇ ਉਹਦੇ ਨਾਲ ਕੀ ਨਹੀਂ ਕਰਨਾ ਚਾਹੀਦਾ, ਉਸ ਨਾਲ ਕੋਈ ਵੀ ਵਿਹਾਰ ਨਹੀਂ ਰੱਖਣਾ ਚਾਹੀਦਾ। ਤੁਹਾਡਾ ਘਰ ਬਹੁਤ ਸੋਹਣਾ ਹੈ, ਮੇਰੀ ਸਹੇਲੀ ਮੇਰੇ ਨਾਲ ਦਿਲ ਦੀ ਗੱਲ ਕਰ ਲੈਂਦੀ ਹੈ। ਜਿਹੜੀ ਕੁੜੀ ਕੱਲ ਆਪਣੇ ਘਰ ਆਈ ਸੀ ਉਸਨੇ 10ਵੀਂ ਜਮਾਤ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਇਹ ਜਿਹੜੇ ਜਿੰਨੇ ਵੀ ਸ਼ਬਦ ਵਰਤੇ ਗਏ, ਕਿਹੜਾ, ਜਿਸ, ਉਸ, ਤੁਹਾਡਾ, ਮੇਰੀ, ਮੇਰੇ, ਜਿਹੜੀ, ਇਹ ਸ਼ਬਦ ਐਕਚੁਅਲੀ 'ਚ ਤਾਂ ਪੜ੍ਹਨਾਂਵ ਸ਼ਬਦ ਆ, ਨਾਵਾਂ ਦੀ ਜਗ੍ਹਾ ਤੇ ਵਰਤੇ ਜਾਣ ਵਾਲੇ ਸ਼ਬਦ ਆ, ਪਰ ਨਾਲ ਹੀ ਨਾਲ ਇਹ ਨਾਵਾਂ ਨਾਲ ਦੀ ਨਾਲ ਹੀ ਇਹ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਦੇ ਆ, ਵਿਸ਼ੇਸ਼ਤਾ ਦੱਸਦੇ ਕਿਸੇ ਚੀਜ਼ ਦੀ। ਤੁਹਾਡਾ ਘਰ ਬਹੁਤ ਸੋਹਣਾ ਹੈ, ਮੇਰੀ ਸਹੇਲੀ ਮੇਰੇ ਨਾਲ ਦਿਲ ਦੀ ਗੱਲ ਕਰ ਲੈਂਦੀ ਹੈ। ਜਿਹੜੀ ਕੁੜੀ ਕੱਲ ਆਪਣੇ ਘਰ ਆਈ ਸੀ ਉਸਨੇ 10ਵੀਂ ਜਮਾਤ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਸੋ ਇਹ ਨਾਲ ਦੀ ਨਾਲ ਵਿਸ਼ੇਸ਼ਤਾ ਵੀ ਦੱਸਦਾ ਆ ਅਤੇ ਪੜ੍ਹਨਾਂਵ ਹੁੰਦੇ ਹੋਏ ਉਹ ਤੁਹਾਨੂੰ ਆਮ ਵਾਕ ਨੂੰ ਖਾਸ ਵੀ ਬਣਾਉਂਦਾ ਹੈ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੇ ਪਾਠ ਦੀ ਥੋੜ੍ਹੀ ਬਹੁਤੀ ਸਮਝ ਲੱਗੀ ਹੋਊਗੀ। ਬਾਕੀ ਆਪਾਂ ਫੇਸ ਟੂ ਫੇਸ ਕਲਾਸਿਸ ਦੇ ਵਿੱਚ ਡੀਪਲੀ ਵਿਸਤਾਰ ਦੇ ਨਾਲ ਇਹਦੀ ਜਿਹੜੀ ਆ ਗੱਲਬਾਤ ਕਰਾਂਗੇ ਇਸ ਟੌਪਿਕ 'ਤੇ। ਸੋ ਧੰਨਵਾਦ।